ਹੈਲੋ ਐਂਡ ਵੈਲਕਮ ਟੂ ਦ YouTube ਚੈਨਲ ਸਪੋਰਟ ਫॉर ਐਜੂਕੇਸ਼ਨ। ਅਤੇ ਇਸ ਵੀਡੀਓ ਵਿੱਚ ਅਸੀਂ ਹੱਲ ਕਰਾਂਗੇ 10ਵੀਂ ਜਮਾਤ ਦਾ ਪੰਜਾਬੀ ਬੀ ਦਾ ਸੈਂਪਲ ਪੇਪਰ, ਜੋ ਕਿ ਤੁਹਾਡੀ ਸਤੰਬਰ ਵਿੱਚ ਪ੍ਰੀਖਿਆ ਹੋਣੀ ਆ ਤੇ ਉਸ ਦਾ ਸੈਂਪਲ ਪੇਪਰ ਅਸੀਂ ਹੱਲ ਕਰਾਂਗੇ। ਪਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸੰਦੇਸ਼, ਇਸ ਤਰ੍ਹਾਂ ਦੇ ਹੋਰ ਵੀਡੀਓ ਸਮੇਂ ਸਿਰ ਪ੍ਰਾਪਤ ਕਰਨ ਲਈ ਸਬਸਕ੍ਰਾਈਬ ਕਰੋ YouTube ਚੈਨਲ ਸਪੋਰਟ ਫॉर ਐਜੂਕੇਸ਼ਨ। ਆਓ ਸ਼ੁਰੂ ਕਰਦੇ ਹਾਂ। ਪ੍ਰਸ਼ਨ ਪੱਤਰ ਵਿੱਚ ਕੁੱਲ 13 ਪ੍ਰਸ਼ਨ ਹਨ। ਸਾਰੇ ਪ੍ਰਸ਼ਨ ਹੱਲ ਕਰਨੇ ਲਾਜ਼ਮੀ ਹਨ। ਤੇ ਜਿਹੜਾ ਪਹਿਲਾ ਪ੍ਰਸ਼ਨ ਹੈ ਉਹ ਸੁੰਦਰ ਲਿਖਾਈ ਲਈ ਰਾਖਵਾਂ 5 ਅੰਕ ਤੁਹਾਡੇ ਸੁੰਦਰ ਲਿਖਾਈ ਦੇ ਹੈਗੇ ਨੇ, ਤੇ ਆਪ ਸਾਰਿਆਂ ਨੇ ਜਿਹੜਾ ਪੇਪਰ ਹੈ ਉਹ ਸੁੰਦਰ ਲਿਖਾਈ ਵਿੱਚ ਲਿਖਣਾ। ਇਸ ਤੋਂ ਬਾਅਦ ਹੈਗੇ ਨੇ ਵਸਤੂਨਿਸ਼ਟ ਪ੍ਰਸ਼ਨ, ਇੱਕ ਮਾਰਕਸ, ਇੱਕ ਨੰਬਰ ਵਾਲੇ, ਇੱਕ ਅੰਕ ਵਾਲੇ, ਜਿਸ ਵਿੱਚ ਸਭ ਤੋਂ ਪਹਿਲਾਂ ਵਿਆਕਰਨ ਦੇ ਮੁੱਖ ਅੰਕ ਕਿੰਨੇ ਹਨ। ਤੇ ਵਿਆਕਰਨ ਦੇ 4 ਮੁੱਖ ਅੰਕ ਹਨ। ਕਿਹੜੇ? ਧੁਨੀਬੋਧ, ਸ਼ਬਦਬੋਧ, ਅਰਥਬੋਧ ਅਤੇ ਵਾਕਬੋਧ। ਤੇ ਕਿਸੇ ਵਿਦਿਆਰਥੀ ਨੂੰ ਕਨਫਿਊਜ਼ਨ ਹੁੰਦੀ ਹੈ ਕਿ 3 ਅੰਗ ਹਨ ਜਾਂ 4 ਅੰਗ ਹਨ, ਤੇ ਵਿਆਕਰਨ ਦੇ 4 ਮੁੱਖ ਅੰਗ ਹਨ। ਅਗਲਾ ਪ੍ਰਸ਼ਨ ਹੈ, ਵਿਆਕਰਨ ਦਾ ਕਿਹੜਾ ਅੰਗ ਅਰਥਾਂ ਦੇ ਅਧਿਐਨ ਨਾਲ ਸੰਬੰਧਿਤ ਹੈ? ਤੇ ਇਸ ਦਾ ਉੱਤਰ ਹੈ ਅਰਥਬੋਧ। ਤੇ ਇਸ ਤੋਂ ਬਾਅਦ ਹੇਠ ਲਿਖੇ ਵਾਕ ਨੂੰ ਲੋੜੀਂਦੇ ਵਿਸ਼ਰਾਮ ਚਿੰਨ੍ਹ ਲਗਾਓ। ਤੇ ਇੱਥੇ ਪਾਪਾ ਤੋਂ ਬਾਅਦ ਲੱਗੂਗਾ ਕੋਮਾ, ਤੇ ਵੀਰ ਆ ਗਿਆ ਹੈ, ਤੇ ਏ ਤੋਂ ਬਾਅਦ ਲੱਗੂਗਾ ਵਿਸਮਿਕ ਚਿੰਨ੍ਹ। ਤੇ ਅਗਲਾ ਪ੍ਰਸ਼ਨ ਹੈ, ਭਾਸ਼ਾ ਕਿਸ ਨੂੰ ਕਹਿੰਦੇ ਹਨ? ਤੇ ਇਸ ਦਾ ਉੱਤਰ ਹੈ ਭਾਸ਼ਾ ਜਾਂ ਬੋਲੀ ਉਹ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਵਿਚਾਰ ਜਾਂ ਭਾਵ ਦੂਜਿਆਂ ਤੱਕ ਪਹੁੰਚਾਉਂਦਾ ਹੈ। ਅਗਲਾ ਪ੍ਰਸ਼ਨ ਹੈ, ਹਾਣਨ ਸ਼ਬਦ ਦਾ ਪੁਲਿੰਗ ਰੂਪ ਦੱਸੋ। ਤੇ ਹਾਣਨ ਦਾ ਪੁਲਿੰਗ ਹੋ ਜਾਏਗਾ ਹਾਣੀ। ਇਸ ਤੋਂ ਬਾਅਦ ਹੈ ਕਿ ਪੰਜਾਬੀ ਭਾਸ਼ਾ ਵਿੱਚ ਮੋਰਨੀ ਕਿਹੜਾ ਵਚਨ ਹੈ? ਤੇ ਮੋਰਨੀ ਇੱਕ ਵਚਨ ਹੈ। ਅਸੀਂ ਪੜਾਂਗੇ ਵਾਕ ਵਿੱਚ ਕਿਹੜਾ ਕਾਲ ਰੂਪ ਹੈ? ਭਵਿੱਖਤ ਕਾਲ ਜਾਂ ਸਧਾਰਨ ਭਵਿੱਖਤ ਕਾਲ ਵੀ ਤੁਸੀਂ ਇੱਥੇ ਲਿਖ ਸਕਦੇ ਹੋ। ਉਮੰਗ ਦਾ ਸਮਾਨਾਰਥਕ ਸ਼ਬਦ ਲਿਖੋ। ਤੇ ਉਮੰਗ ਦਾ ਸਮਾਨਾਰਥਕ ਸ਼ਬਦ ਹੋ ਜਾਏਗਾ ਇੱਛਾ, ਤਾਂਗ, ਉਤਸ਼ਾਹ ਜਾਂ ਚਾਹ। ਅਗਲਾ ਪ੍ਰਸ਼ਨ ਹੈ, ਸਾਡੇ ਸੰਵਿਧਾਨ ਵਿੱਚ ਕਿੰਨੀਆਂ ਭਾਸ਼ਾ ਪ੍ਰਮਾਣਿਤ ਹਨ? ਤੇ 22 ਭਾਸ਼ਾਵਾਂ ਪ੍ਰਮਾਣਿਤ ਹਨ। ਤੇ ਪੰਜਾਬ ਦੀ ਟਕਸਾਲੀ ਬੋਲੀ ਕਿਹੜੀ ਹੈ? ਮਾਝੀ। ਇਸ ਤੋਂ ਬਾਅਦ ਲੇਖ, ਤੇ 5 ਵਿਸ਼ਿਆਂ ਵਿੱਚੋਂ ਕਿਸੇ ਇੱਕ ਉੱਤੇ ਲੇਖ ਲਿਖਣਾ, ਉਹ ਵੀ 400 ਸ਼ਬਦਾਂ ਵਿੱਚ, ਤੇ ਧਿਆਨ ਨਾਲ ਤੁਸੀਂ ਲਿਖਣਾ। ਤੇ ਇੱਥੇ ਇੰਪੋਰਟੈਂਟ ਲੇਖ ਦਿੱਤੇ ਗਏ ਹਨ, ਜਿਵੇਂ ਕਿ ਸ਼ਹੀਦ ਭਗਤ ਸਿੰਘ, ਮੋਬਾਈਲ ਫੋਨ ਦਾ ਵੱਧਦਾ ਰੁਝਾਨ, ਕੰਪਿਊਟਰ ਅੱਖੀ ਡਿੱਠਾ ਮੇਲਾ ਅਤੇ ਮਨੁੱਖ ਅਤੇ ਵਿਗਿਆਨ। ਅਗਲਾ ਪ੍ਰਸ਼ਨ ਹੋਏਗਾ ਪੱਤਰ ਦਾ, ਆਪਣੇ ਮਿੱਤਰ ਜਾਂ ਸਹੇਲੀ ਨੂੰ ਪੜ੍ਹਾਈ ਅਤੇ ਖੇਡਾਂ ਵਿੱਚ ਬਰਾਬਰ ਦਿਲਚਸਪੀ ਲੈਣ ਲਈ ਪੱਤਰ ਲਿਖੋ। ਜਾਂ ਖਰਾਬ ATM ਦੀ ਸ਼ਿਕਾਇਤ ਸੰਬੰਧੀ ਬੈਂਕ ਮੈਨੇਜਰ ਨੂੰ ਪੱਤਰ ਲਿਖੋ। ਤੇ ਆਪ ਸਾਰੇ ਵਿਦਿਆਰਥੀ ਪੱਤਰ ਲਿਖ ਸਕਦੇ ਹੋ। ਇਸ ਤੋਂ ਬਾਅਦ ਹੇਠ ਲਿਖੇ ਪੈਰੇ ਦੀ ਸੰਖੇਪ ਰਚਨਾ ਲਗਭਗ 1/3 ਸ਼ਬਦਾਂ ਵਿੱਚ ਲਿਖੋ। ਤੇ ਢੁਕਵਾਂ ਸਿਰਲੇਖ ਵੀ ਦਿਓ। ਤੇ ਸਿਰਲੇਖ ਦੇ ਹੋ ਗਏ ਇੱਕ ਅੰਕ, 1 ਮਾਰਕ ਹੋ ਗਿਆ ਤੁਹਾਡਾ ਸਿਰਲੇਖ ਦਾ, 4 ਨੰਬਰ ਹੋ ਗਏ ਤੁਹਾਡੇ ਸੰਖੇਪ ਰਚਨਾ ਦੇ। ਤੇ ਸੰਖੇਪ ਰਚਨਾ ਤੁਸੀਂ ਆਪਣੇ ਸ਼ਬਦਾਂ ਵਿੱਚ ਲਿਖ ਸਕਦੇ ਹੋ, ਬਸ ਵਰਡ ਲਿਮਿਟ ਦਾ ਤੁਸੀਂ ਖਿਆਲ ਰੱਖਣਾ। ਇਸ ਤੋਂ ਬਾਅਦ ਹੇਠ ਲਿਖੇ ਮੁਹਾਵਰਿਆਂ ਵਿੱਚੋਂ ਕਿਸੇ 3 ਵਾਕਾਂ ਵਿੱਚ ਇਸ ਤਰ੍ਹਾਂ ਵਰਤੋ ਕਿ ਅਰਥ ਸਪਸ਼ਟ ਹੋ ਜਾਣ। ਤੇ ਇਸ ਵਿੱਚ ਸਭ ਤੋਂ ਪਹਿਲਾਂ 19-21 ਦਾ ਫਰਕ ਹੋਣਾ, ਜਿਸ ਦਾ ਅਰਥ ਹੁੰਦਾ ਥੋੜ੍ਹਾ ਜਿਹਾ ਫਰਕ ਹੋਣਾ ਹੈ, ਬਹੁਤ ਘੱਟ ਫਰਕ ਹੋਣਾ। ਜਿਵੇਂ ਕਿ ਰੋਹਨ ਅਤੇ ਸੋਹਨ ਦੇ ਕੱਦ ਵਿੱਚ 19-21 ਦਾ ਫਰਕ ਹੈ। ਇਸ ਤੋਂ ਬਾਅਦ ਅੱਡੀ ਨਾ ਲੱਗਣਾ, ਜਿਸ ਦਾ ਅਰਥ ਹੁੰਦਾ ਇੱਕ ਥਾਂ ਟਿੱਕ ਕੇ ਨਾ ਬਹਿਣਾ। ਰੋਹਨ ਦੀ ਤਾਂ ਕਦੇ ਅੱਡੀ ਨਹੀਂ ਲੱਗਦੀ, ਪੂਰਾ ਦਿਨ ਇੱਧਰ ਉੱਧਰ ਘੁੰਮਦਾ ਰਹਿੰਦਾ। ਇੱਕ ਮੁੱਠ ਹੋਣਾ, ਏਕਤਾ ਹੋਣੀ, ਸਾਨੂੰ ਸਾਰਿਆਂ ਨੂੰ ਇੱਕ ਮੁੱਠ ਹੋ ਕੇ ਰਹਿਣਾ ਚਾਹੀਦਾ ਹੈ। ਸਿਰ ਪੈਰ ਨਾ ਹੋਣਾ, ਜਿਸ ਦਾ ਅਰਥ ਹੁੰਦਾ ਕਿ ਗੱਲ ਦੀ ਸਮਝ ਨਾ ਪੈਣੀ, ਉਸ ਦੀ ਗੱਲ ਦਾ ਕੋਈ ਸਿਰ ਪੈਰ ਨਹੀਂ ਹੁੰਦਾ। ਜ਼ਖਮਾਂ 'ਤੇ ਲੂਣ ਛਿੜਕਣਾ, ਜਿਸ ਦਾ ਅਰਥ ਹੁੰਦਾ ਦੁਖੀ ਨੂੰ ਹੋਰ ਦੁਖੀ ਕਰਨਾ, ਸਾਨੂੰ ਕਿਸੇ ਦੇ ਜ਼ਖਮਾਂ 'ਤੇ ਲੂਣ ਨਹੀਂ ਛਿੜਕਣਾ ਚਾਹੀਦਾ। ਕੰਨਾਂ 'ਤੇ ਜੂੰ ਨਾ ਸਰਕਣੀ, ਜਿਸ ਦਾ ਅਰਥ ਹੁੰਦਾ ਕੋਈ ਅਸਰ ਨਾ ਹੋਣਾ। ਸੋਹਨ ਦੇ ਅਧਿਆਪਕ ਨੇ ਉਸ ਨੂੰ ਪੜ੍ਹਾਈ ਵਿੱਚ ਮਿਹਨਤ ਕਰਨ ਲਈ ਕਿਹਾ, ਪਰ ਉਸਦੇ ਕੰਨਾਂ 'ਤੇ ਜੂੰ ਤੱਕ ਨਾ ਸਰਕੀ ਅਤੇ ਉਹ ਫੇਲ ਹੋ ਗਿਆ। ਇਸ ਤੋਂ ਬਾਅਦ ਹੈ ਵਿਸਰਾਮ ਚਿੰਨ੍ਹ ਲਾ ਕੇ ਦੁਬਾਰਾ ਲਿਖੋ। ਤੇ ਇਸ ਵਿੱਚ ਇਸ ਤਰ੍ਹਾਂ ਅੰਕਾਂ ਦੀ ਵੰਡ ਕੀਤੀ ਗਈ ਹੈ ਕਿ 6 ਤੁਸੀਂ ਵਿਸਰਾਮ ਚਿੰਨ੍ਹ ਲਾਣੇ ਨੇ। ਅੱਧੇ ਹਾਫ ਮਾਰਕ ਦਾ ਇੱਕ ਹੋ ਗਿਆ ਵਿਸਰਾਮ ਚਿੰਨ੍ਹ, ਤੇ ਇਸ ਦੇ ਹੋ ਗਏ 3। ਤੇ ਇੱਥੇ ਸਭ ਤੋਂ ਪਹਿਲਾਂ ਹਾਂਜੀ ਤੋਂ ਬਾਅਦ ਆਊਗਾ ਕੋਮਾ, ਇਹ ਗਲਤੀ ਮੇਰੇ ਤੋਂ ਹੋਈ ਹੈ। ਤੇ ਇਸ ਤੋਂ ਬਾਅਦ ਆਏਗਾ ਪੂਰਨ ਵਿਰਾਮ, ਡੰਡੀ, ਤੇ ਮੈਂ ਸਜ਼ਾ ਦਾ ਹੱਕਦਾਰ ਹਾਂ। ਤੇ ਉਸ ਤੋਂ ਬਾਅਦ ਵੀ ਆਊਗੀ ਡੰਡੀ। ਉਸ ਤੋਂ ਬਾਅਦ ਨਹੀਂ, ਇਸ ਤੋਂ ਬਾਅਦ ਆਏਗਾ ਕੋਮਾ। ਤੁਸੀਂ ਇਸ ਤਰ੍ਹਾਂ ਬਿਨਾਂ ਕੁਝ ਖਾਧੇ ਪੀਤੇ, ਤੇ ਖਾਧੇ ਪੀਤੇ ਦੇ ਵਿਚਕਾਰ ਆਊਗੀ ਜੋੜਨੀ। ਤੇ ਨਹੀਂ ਜਾ ਸਕਦੇ ਤੋਂ ਬਾਅਦ ਆਊਗੀ ਡੰਡੀ। ਤੇ ਇਸ ਤਰ੍ਹਾਂ ਵਿਸਰਾਮ ਚਿੰਨ੍ਹ ਵਾਲਾ ਪ੍ਰਸ਼ਨ ਵੀ ਤੁਸੀਂ ਕਰ ਸਕਦੇ ਹੋ। ਤੇ ਇਸ ਤੋਂ ਬਾਅਦ ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ। ਉਪਭਾਸ਼ਾ ਕੀ ਹੁੰਦਾ? ਤੇ ਇਸ ਦੇ ਉੱਤਰ ਵਿੱਚ ਅਸੀਂ ਲਿਖ ਸਕਦੇ ਹਾਂ, ਇੱਕ ਪ੍ਰਾਂਤ ਜਾਂ ਇਲਾਕੇ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਵਿੱਚ ਵੱਖ-ਵੱਖ ਥਾਵਾਂ ਉੱਤੇ ਥੋੜ੍ਹਾ ਬਹੁਤ ਫਰਕ ਹੁੰਦਾ ਹੈ। ਇੱਕ ਹੀ ਭਾਸ਼ਾ ਵਿੱਚ ਇਹਨਾਂ ਫਰਕਾਂ ਕਾਰਨ ਪ੍ਰਤੀਤ ਹੁੰਦੇ ਭਿੰਨ ਰੂਪਾਂ ਨੂੰ ਉਸ ਭਾਸ਼ਾ ਦੀਆਂ ਉਪਭਾਸ਼ਾਵਾਂ ਕਿਹਾ ਜਾਂਦਾ। ਅਗਲਾ ਪੰਜਾਬੀ ਦੀਆਂ ਉਪਭਾਸ਼ਾਵਾਂ ਕਿਹੜੀਆਂ ਹਨ? ਤੇ ਪੰਜਾਬੀ ਦੀਆਂ ਉਪਭਾਸ਼ਾਵਾਂ ਹਨ ਮਾਝੀ, ਮਲਵਈ, ਦੁਆਬੀ, ਪੁਆਧੀ, ਪੋਠੋਹਾਰੀ, ਮੁਲਤਾਨੀ ਅਤੇ ਡੋਗਰੀ। ਇਸ ਤੋਂ ਬਾਅਦ ਵਾਲਾ ਪ੍ਰਸ਼ਨ ਹੈ ਕਿ ਵਿਆਕਰਨ ਦੀ ਪੜ੍ਹਾਈ ਪੜ੍ਹਨੀ ਕਿਉਂ ਜ਼ਰੂਰੀ ਹੈ? ਤੇ ਇਸ ਦਾ ਉੱਤਰ ਭਾਸ਼ਾ ਦੇ ਸ਼ੁੱਧ ਅਤੇ ਮਿਆਰੀ ਰੂਪ ਨੂੰ ਸਮਝਣ ਲਈ ਵਿਆਕਰਨ ਦੀ ਪੜ੍ਹਾਈ ਪੜ੍ਹਨਾ ਬਹੁਤ ਜ਼ਰੂਰੀ ਹੈ। ਅਗਲਾ ਪ੍ਰਸ਼ਨ ਹੈ, ਪੁਆਧੀ ਅਤੇ ਦੁਆਬੀ ਉਪਭਾਸ਼ਾਵਾਂ ਕਿਹੜੇ ਹਲਾਕੇ ਵਿੱਚ ਬੋਲੀਆਂ ਜਾਂਦੀਆਂ ਹਨ? ਤੇ ਪੁਆਧੀ ਜ਼ਿਲ੍ਹਾ ਰੂਪਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਪਟਿਆਲੇ ਦਾ ਪੂਰਬੀ ਹਿੱਸਾ, ਫਤਿਹਗੜ੍ਹ ਸਾਹਿਬ ਦੇ ਪੂਰਬੀ ਹਿੱਸੇ, ਤੇ ਹਰਿਆਣੇ ਵਿੱਚ ਅੰਬਾਲਾ ਦੇ ਪੱਛਮੀ ਹਿੱਸੇ ਵਿੱਚ ਬੋਲੀ ਜਾਂਦੀ ਹੈ।
ਤੇ ਦੁਆਬੀ ਜ਼ਿਲ੍ਹਾ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਬੋਲੀ ਜਾਂਦੀ ਹੈ। ਅਗਲਾ ਪ੍ਰਸ਼ਨ ਹੈ ਕਾਲ ਕਿਸ ਨੂੰ ਕਹਿੰਦੇ ਹਨ, ਤੇ ਇਸ ਦਾ ਉੱਤਰ ਤੁਸੀਂ ਲਿਖ ਸਕਦੇ ਹੋ ਜਿਸ ਸਮੇਂ ਵਿੱਚ ਕਿਰਿਆ ਦਾ ਕੰਮ ਹੋਵੇ ਉਸ ਨੂੰ ਕਾਲ ਕਹਿੰਦੇ ਹਨ। ਅਗਲਾ ਪ੍ਰਸ਼ਨ ਹੈ ਕਾਲ ਦੀਆਂ ਕਿੰਨੀਆਂ ਕਿਸਮਾਂ ਹਨ। ਕਾਲ ਦੀਆਂ 3 ਕਿਸਮਾਂ ਹਨ, ਵਰਤਮਾਨ ਕਾਲ, ਭੂਤਕਾਲ, ਭਵਿੱਖਤ ਕਾਲ। ਅਗਲਾ ਪ੍ਰਸ਼ਨ ਹੈ ਹੇਠ ਲਿਖੇ ਵਾਕ ਨੂੰ ਵਚਨ ਅਤੇ ਲਿੰਗ ਬਦਲਣ ਉਪਰੰਤ ਦੋ ਵੱਖਰੇ ਵੱਖਰੇ ਵਾਕਾਂ ਵਿੱਚ ਲਿਖੋ। ਕਿ ਪਹਿਲਾਂ ਅਸੀਂ ਵਾਕ ਦਾ ਵਚਨ ਬਦਲ ਕੇ ਵਾਕ ਬਣਾਉਣਾ, ਉਸ ਤੋਂ ਬਾਅਦ ਲਿੰਗ ਬਦਲ ਕੇ। ਜਿਵੇਂ ਛੋਟੀਆਂ ਲੜਕੀਆਂ ਖੇਡਦੀਆਂ ਹਨ ਤੇ ਵਚਨ ਬਦਲ ਕੇ ਹੋ ਜਾਏਗਾ ਛੋਟੀ ਲੜਕੀ ਖੇਡਦੀ ਹੈ, ਤੇ ਲਿੰਗ ਬਦਲ ਕੇ ਹੋ ਜਾਏਗਾ ਛੋਟੇ ਲੜਕੇ ਖੇਡਦੇ ਹਨ। ਤੇ ਅਗਲਾ ਪ੍ਰਸ਼ਨ ਹੇਠ ਲਿਖੇ ਵਾਕ ਨੂੰ ਭੂਤਕਾਲ ਅਤੇ ਭਵਿੱਖਤ ਕਾਲ ਵਿੱਚ ਬਦਲਣ ਉਪਰੰਤ ਦੋ ਵੱਖਰੇ ਵੱਖਰੇ ਵਾਕਾਂ ਵਿੱਚ ਲਿਖੋ। ਤੇ ਉਹ ਖੇਡਦਾ ਹੈ ਤੇ ਵਰਤਮਾਨ ਕਾਲ ਹੈ, ਤੇ ਭੂਤਕਾਲ ਵਿੱਚ ਹੋ ਜਾਏਗਾ ਉਹ ਖੇਡਦਾ ਸੀ, ਤੇ ਭਵਿੱਖਤ ਕਾਲ ਵਿੱਚ ਹੋ ਜਾਏਗਾ ਉਹ ਖੇਡੇਗਾ। ਅਗਲਾ ਜਗ ਸ਼ਬਦ ਦੇ ਦੋ ਵੱਖ-ਵੱਖ ਅਰਥ ਦਰਸਾਉਂਦੇ ਹੋਏ ਵਾਕ ਬਣਾਓ। ਤੇ ਜਗ ਦਾ ਇੱਕ ਅਰਥ ਤੇ ਹੋ ਗਿਆ ਦੁਨੀਆ, ਕਿ ਅਸੀਂ ਸਾਰੇ ਜਗ ਨੂੰ ਨਹੀਂ ਜਿੱਤ ਸਕਦੇ। ਤੇ ਦੂਜਾ ਹੋ ਗਿਆ ਭਾਂਡਾ, ਜਾਂ ਜਿਸ ਵਿੱਚ ਅਸੀਂ ਪਾਣੀ ਪਾਉਂਦੇ ਹਾਂ, ਤੇ ਜਗ ਵਿੱਚ ਪਾਣੀ ਪਿਆ ਹੈ। ਅਗਲਾ ਪ੍ਰਸ਼ਨ ਉਪਯੋਗ ਸ਼ਬਦ ਦਾ ਸਮਾਨਾਰਥਕ ਸ਼ਬਦ ਲਿਖੋ। ਤੇ ਉਪਯੋਗ ਦਾ ਸਮਾਨਾਰਥਕ ਸ਼ਬਦ ਹੋ ਜਾਏਗਾ ਵਰਤੋਂ, ਲਾਭ ਜਾਂ ਫਾਇਦਾ। ਤੇ ਅਗਲਾ ਪ੍ਰਸ਼ਨ ਹੈ ਕਿ ਤਾਕਤ ਦਾ ਸਮਾਨਾਰਥਕ ਸ਼ਬਦ ਲਿਖੋ। ਤਾਕਤ ਦਾ ਹੋ ਜਾਏਗਾ ਸ਼ਕਤੀ, ਜ਼ੋਰ ਜਾਂ ਬਲ।